परम सत्कारयोग साध संगत जी, रसना पवित्र करिए ते आखिए धन सतगुरु रामदास जी, धन सतगुरु जगजीत सिंह जी। साध संगत जी, आप सब नूं सिख पंथ दे चौथे सतगुरु श्री गुरु रामदास जी के प्रगट दिवस की लख लख वधाई होवे। श्री गुरु रामदास जी 26 अस्सू कत्तक वदी 2 वीरवार संमत 1591 ਨੂੰ ਚੂਨੇ ਪਿੰਡ ਲਾਹੌਰ ਵਿੱਚ ਸ਼੍ਰੀ ਹਰਦਾਸ ਮੱਲ ਸੋਢੀ ਖੱਤਰੀ ਦੇ ਘਰ ਮਾਤਾ ਦਇਆ ਕੌਰ ਜੀ ਦੀ ਕੁੱਖ ਤੋਂ ਪੈਦਾ ਹੋਏ। ਸ਼੍ਰੀ ਗੁਰੂ ਅਮਰਦਾਸ ਜੀ ਦੀ ਛੋਟੀ ਸਪੁੱਤਰੀ ਬੀਬੀ ਭਾਨੀ ਜੀ ਨਾਲ ਆਪ ਜੀ ਦਾ ਵਿਆਹ 22 ਫੱਗਣ ਸੰਮਤ 1610 ਨੂੰ ਗੋਇੰਦਵਾਲ ਹੋਇਆ। ਆਪ ਜੀ ਦੇ ਘਰ ਬੀਬੀ ਭਾਨੀ ਜੀ ਦੀ ਪਵਿੱਤਰ ਕੁੱਖ ਤੋਂ 3 ਪੁੱਤਰ ਪੈਦਾ ਹੋਏ। ਬਾਬਾ ਪ੍ਰੀਤੀ ਚੰਦ ਜੀ, ਸ਼੍ਰੀ ਮਹਾਦੇਵ ਜੀ, ਸ਼੍ਰੀ ਗੁਰੂ ਅਰਜਨ ਦੇਵ ਜੀ। ਆਪ ਜੀ ਦਾ ਉਪਨਾਮ ਜੇਠਾ ਸੀ। ਜੇਠਾ ਜੀ ਦੇ ਨਾਨਕੇ ਪਿੰਡ ਬਾਸਰ ਕੇ ਸਨ। ਆਪ ਜੀ ਦੇ ਮਾਤਾ ਪਿਤਾ ਜੀ ਆਪ ਜੀ ਦੀ ਛੋਟੀ ਉਮਰ ਵਿੱਚ ਸਵਰਗਵਾਸ ਹੋ ਗਏ, ਜਿਸ ਕਰਕੇ ਆਪ ਜੀ ਦੀ ਨਾਨੀ ਆਪ ਜੀ ਦੀ ਯਤੀਮ ਹਾਲਤ ਵੇਖ ਕੇ ਆਪਣੇ ਪਾਸ ਬਾਸਰ ਕੇ ਲੈ ਆਈ। ਇਸ ਸਮੇਂ ਆਪ ਜੀ ਦੀ ਉਮਰ 7-8 ਸਾਲ ਦੀ ਸੀ। ਨਾਨਕੇ ਘਰ ਆ ਕੇ ਆਪ ਜੀ ਛੋਲਿਆਂ ਦੀਆਂ ਘੁੰਗਣੀਆਂ ਦੀ ਛਾਬੜੀ ਲਾ ਕੇ ਵੇਚਦੇ ਰਹੇ। ਜਦੋਂ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਆਗਿਆ ਨਾਲ ਆਪਣੇ ਪਰਿਵਾਰ ਨੂੰ ਸ਼੍ਰੀ ਗੁਰੂ ਅਮਰਦਾਸ ਜੀ ਸੰਮਤ 1606 ਵਿੱਚ ਬਾਸਰਕੇ ਤੋਂ ਗੋਇੰਦਵਾਲ ਲੈ ਆਏ ਤਾਂ ਉਹਨਾਂ ਦੇ ਨਾਲ ਹੀ ਸ਼੍ਰੀ ਜੇਠਾ ਜੀ ਵੀ ਯਾਨੀ ਗੁਰੂ ਰਾਮਦਾਸ ਜੀ ਵੀ ਗੋਇੰਦਵਾਲ ਆ ਗਏ, ਕਿਉਂਕਿ ਸ਼੍ਰੀ ਜੇਠਾ ਜੀ ਦੇ ਨਾਨਕੇ ਬਾਸਰਕੇ ਹੋਣ ਕਰਕੇ ਸ਼੍ਰੀ ਗੁਰੂ ਅਮਰਦਾਸ ਜੀ ਇਹਨਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਸਨ ਕਿ ਇਹ ਇੱਕ ਯਤੀਮ ਅਤੇ ਨੇਕ ਲੜਕਾ ਹੈ। ਇਸ ਵਾਸਤੇ ਆਪ ਜੀ ਨੇ ਇਹਨਾਂ ਨੂੰ ਕਿਰਪਾ ਦ੍ਰਿਸ਼ਟੀ ਨਾਲ ਵੇਖ ਕੇ ਆਪਣੇ ਪਾਸ ਗੋਇੰਦਵਾਲ ਲਿਜਾ ਕੇ ਕਿਸੇ ਕੰਮ 'ਤੇ ਲਾਉਣਾ ਹੀ ਚੰਗਾ ਸਮਝਿਆ। ਗੋਇੰਦਵਾਲ ਗੁਰੂ ਜੀ ਦੀ ਪ੍ਰਸੰਨਤਾ ਵੇਖ ਕੇ ਜੇਠਾ ਜੀ ਗੋਇੰਦਵਾਲ ਹੀ ਟਿਕ ਗਏ ਅਤੇ ਆਪਣਾ ਘੁੰਗਣੀਆਂ ਵੇਚਣ ਦਾ ਕੰਮ ਕਰਨ ਲੱਗ ਪਏ। ਘੁੰਗਣੀਆਂ ਵੇਚਣ ਦੇ ਸਮੇਂ ਤੋਂ ਬਿਨਾਂ ਬਾਕੀ ਦਾ ਸਾਰਾ ਸਮਾਂ ਆਪ ਜੀ ਗੁਰੂ ਜੀ ਦੀ ਸੇਵਾ ਵਿੱਚ ਬਤੀਤ ਕਰਦੇ ਸਨ। ਇਸ ਤੋਂ ਬਿਨਾਂ ਜਦ ਸਮਾਂ ਮਿਲਦਾ ਤਾਂ ਸ਼੍ਰੀ ਜੇਠਾ ਜੀ ਸੰਗਤਾਂ ਦੇ ਭਾਂਡੇ ਮਾਂਜਦੇ, ਜਲ ਛਕਾਉਂਦੇ ਅਤੇ ਲੋੜ ਅਨੁਸਾਰ ਪੱਖਾ ਵੀ ਚੱਲਦੇ ਔਰ ਗੁਰਸਿੱਖਾਂ ਨੂੰ ਬੜੀ ਪ੍ਰੇਮ ਤੇ ਸ਼ਰਧਾ ਨਾਲ ਇਸ਼ਨਾਨ ਕਰਾਉਂਦੇ ਸਨ। ਜਿਵੇਂ ਸਿਆਣੇ ਕਥਨ ਕਰਦੇ ਹਨ ਕਿ ਸੇਵਾ ਤੋਂ ਵੀ ਮੇਵਾ ਮਿਲਦਾ ਹੈ, ਸੋ ਹੀ ਗੱਲ ਸ਼੍ਰੀ ਜੇਠਾ ਜੀ ਨਾਲ ਹੋਈ। ਆਪ ਜੀ ਦਾ ਸੇਵਾ ਭਾਵ, ਨਿਮਰਤਾ, ਸਰੀਰਿਕ ਅਰੋਗਤਾ ਅਤੇ ਹੋਰ ਹਰ ਪ੍ਰਕਾਰ ਦੀ ਯੋਗਤਾ ਵੇਖ ਕੇ ਸ਼੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਛੋਟੀ ਸਪੁੱਤਰੀ ਬੀਬੀ ਭਾਨੀ ਜੀ ਨਾਲ 22 ਫੱਗਣ ਸੰਮਤ 1610 ਨੂੰ ਆਪ ਜੀ ਦਾ ਵਿਆਹ ਕਰ ਦਿੱਤਾ। ਆਪਣੇ ਵਿਆਹ ਦੇ ਉਪਰੰਤ ਵੀ ਸ਼੍ਰੀ ਜੇਠਾ ਜੀ ਗੋਇੰਦਵਾਲ ਹੀ ਟਿਕੇ ਰਹੇ ਅਤੇ ਪਹਿਲੇ ਨਾਲੋਂ ਵੀ ਹੋਰ ਵਧੇਰੇ ਸ਼ਰਧਾ ਤੇ ਪ੍ਰੇਮ ਨਾਲ ਜਵਾਈ ਪੂਣੇ ਦਾ ਮਾਣ ਛੱਡ ਕੇ ਇੱਕ ਸਿੱਖ ਦੇ ਰੂਪ ਵਿੱਚ ਗੁਰੂ ਜੀ ਦੀ ਨਿੱਜੀ ਅਤੇ ਸੰਗਤਾਂ ਦੀ ਸੇਵਾ ਵਿੱਚ ਲੱਗੇ ਰਹੇ। ਆਪ ਜੀ ਅੰਮ੍ਰਿਤ ਵੇਲੇ ਗੁਰੂ ਜੀ ਨੂੰ ਇਸ਼ਨਾਨ ਕਰਾਉਂਦੇ, ਉਹਨਾਂ ਦੇ ਬਸਤਰ ਸਾਫ਼ ਕਰਦੇ, ਪ੍ਰਸ਼ਾਦ ਛਕਾਉਂਦੇ, ਸਰੀਰ ਘੁੱਟਦੇ ਅਤੇ ਲੋੜ ਅਨੁਸਾਰ ਆਗਿਆ ਪਾਲਣ ਵਾਸਤੇ ਸੇਵਾ ਵਿੱਚ ਹਾਜ਼ਰ ਰਹਿੰਦੇ। ਇਸ ਪ੍ਰਕਾਰ ਆਪ ਜੀ ਸਦਾ ਸੇਵਾ ਵਿੱਚ ਲੱਗੇ ਰਹਿੰਦੇ ਅਤੇ ਪ੍ਰੇਮ ਵਿੱਚ ਆਣ ਕੇ ਕਹਿੰਦੇ, ਹਮ ਮੂਰਖ ਕਾਰੈ ਲਾਈਆ ਨਾਨਕ ਹਰ ਕੰਮੇ। ਵਿਸਾਖੀ ਵਾਲੇ ਦਿਨ ਸੰਮਤ 1616 ਨੂੰ ਜਦ ਬਾਉਲੀ ਦੀ ਖੁਦਾਈ ਆਰੰਭ ਹੋਈ ਤਾਂ ਜੇਠਾ ਜੀ ਨੇ ਸਾਧਾਰਨ ਸਿੱਖਾਂ ਵਾਂਗੂ ਸਿਰ 'ਤੇ ਟੋਕਰੀ ਚੁੱਕ ਕੇ ਰਾਤ ਦਿਨ ਇੱਕ ਕਰਕੇ ਸੇਵਾ ਕੀਤੀ। ਆਪ ਜੀ ਦੀ ਇਸ ਦਾਸਾ ਭਾਵ ਵਾਲੀ ਸੇਵਾ ਉੱਤੇ ਗੁਰੂ ਅਮਰਦਾਸ ਜੀ ਬਹੁਤ ਜ਼ਿਆਦਾ ਪ੍ਰਸੰਨ ਰਹਿੰਦੇ ਸਨ। ਬੀਬੀ ਭਾਨੀ ਜੀ ਆਪਣੇ ਪਰਮ ਪੂਜ ਪਿਤਾ ਸ਼੍ਰੀ ਗੁਰੂ ਅਮਰਦਾਸ ਜੀ ਦੀ ਤਨ ਮਨ ਕਰਕੇ ਨਿਰਮਾਨ ਸੇਵਾ ਕਰਦੇ ਸਨ। ਗੁਰੂ ਜੀ ਦੀ ਇੱਛਾ ਅਨੁਸਾਰ ਪ੍ਰਸ਼ਾਦ ਤਿਆਰ ਕਰਕੇ ਉਹਨਾਂ ਨੂੰ ਛਕਾਉਂਦੇ ਸਨ। ਉਹਨਾਂ ਦੇ ਬ੍ਰਿਧ ਸਰੀਰ ਦੇ ਖਾਣ ਪੀਣ ਪਹਿਨਣ ਦਾ
ਬੀਬੀ ਜੀ ਹਰ ਤਰ੍ਹਾਂ ਦਾ ਧਿਆਨ ਰੱਖਦੇ ਸਨ ਅਤੇ ਬਹੁਤਾ ਸਮਾਂ ਆਪਣੇ ਪੂਜਯ ਪਿਤਾ ਗੁਰੂ ਜੀ ਪਾਸ ਹੀ ਬਤੀਤ ਕਰਦੇ ਸਨ। ਇਸ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਇਹਨਾਂ ਦੋਹਾਂ ਪਤੀ ਪਤਨੀ ਦੀ ਸੇਵਾ ਉੱਤੇ ਬਹੁਤ ਪ੍ਰਸੰਨ ਸਨ। ਬੀਬੀ ਭਾਨੀ ਅਤੇ ਸ਼੍ਰੀ ਜੇਠਾ ਜੀ ਦੀ ਅਣਥੱਕ ਨਿਰਮਾਣ ਸੇਵਾ ਉੱਤੇ ਪ੍ਰਸੰਨ ਹੋ ਕੇ ਗੁਰੂ ਅਮਰਦਾਸ ਜੀ ਨੇ ਝੁਬਾਲ ਪ੍ਰਗਣੇ ਦੀ 500 ਵਿਗੇ ਜ਼ਮੀਨ ਦੀ ਜਾਗੀਰ ਦਾ ਪੱਟਾ ਜੋ ਅਕਬਰ ਬਾਦਸ਼ਾਹ ਨੇ ਆਪ ਜੀ ਨੂੰ ਲੰਗਰ ਵਾਸਤੇ ਦਿੱਤਾ ਸੀ, ਸ਼੍ਰੀ ਜੇਠਾ ਜੀ ਅਤੇ ਬੀਬੀ ਭਾਨੀ ਜੀ ਨੂੰ ਦੇ ਦਿੱਤਾ। ਇਸ ਜਾਗੀਰ ਦੀ ਦੇਖਭਾਲ ਵਾਸਤੇ ਸਤਿਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਨਿਯਤ ਕਰ ਦਿੱਤਾ। ਬਾਬਾ ਜੀ ਨੇ ਝੁਬਾਲ ਦੇ ਨੇੜੇ ਇਸ ਜ਼ਮੀਨ ਵਿੱਚ ਆਪਣਾ ਨਿਵਾਸ ਰੱਖ ਕੇ ਖੇਤੀਬਾੜੀ ਕਰਾ ਕੇ ਗੁਰੂ ਕੇ ਲੰਗਰ ਵਾਸਤੇ ਬਹੁਤ ਆਮਦਨੀ ਕਰ ਦਿੱਤੀ। ਬਾਬਾ ਜੀ ਦਾ ਇਹ ਅਸਥਾਨ ਬੀੜ ਬਾਬਾ ਬੁੱਢਾ ਜੀ ਦੇ ਨਾਮ ਨਾਲ ਪ੍ਰਸਿੱਧ ਹੈ। ਹੁਣ ਸੰਗਤਾਂ ਨੇ ਸੰਤਾਂ ਦੀ ਰਾਹੀਂ ਬਹੁਤ ਧਨ ਖਰਚ ਕਰਕੇ ਇੱਕ ਸਰੋਵਰ ਅਤੇ ਇੱਕ ਬੜਾ ਸੁੰਦਰ ਵੱਡਾ ਹਾਲ ਤਿਆਰ ਕਰ ਦਿੱਤਾ। ਗੁਰਦੁਆਰੇ ਤੱਕ ਪੱਕੀ ਸੜਕ ਤਿਆਰ ਕਰ ਦਿੱਤੀ ਹੈ ਅਤੇ ਇੱਕ ਹਾਈ ਸਕੂਲ ਚਾਲੂ ਕਰ ਦਿੱਤਾ ਹੈ। ਇਸ ਸਮੇਂ ਬੀੜ ਬਾਬਾ ਬੁੱਢਾ ਜੀ ਦੀ ਬਹੁਤ ਮਹਿਮਾ ਹੈ। ਸ਼੍ਰੀ ਗੁਰੂ ਅਮਰਦਾਸ ਜੀ ਦੀ ਆਗਿਆ ਨਾਲ ਸ਼੍ਰੀ ਜੇਠਾ ਜੀ ਨੇ ਸੰਮਤ 1631 ਵਿੱਚ ਗੁਰੂ ਚੱਕ ਦੀ ਨੀਂਹ ਰੱਖੀ। ਜਿਸ ਥਾਂ ਨਗਰ ਦੀ ਨੀਂਹ ਰੱਖ ਕੇ ਆਪਣੇ ਵਸਣ ਵਾਸਤੇ ਸ਼੍ਰੀ ਜੇਠਾ ਜੀ ਨੇ ਘਰ ਬਣਵਾਏ ਸਨ, ਉਹ ਜਗ੍ਹਾ ਹੁਣ ਗੁਰਦੁਆਰਾ ਗੁਰੂ ਕੇ ਮਹਿਲ ਦੇ ਨਾਮ ਨਾਲ ਪ੍ਰਸਿੱਧ ਹੈ। ਇਹਨਾਂ ਮਹਿਲਾਂ ਵਿੱਚ ਸ਼੍ਰੀ ਗੁਰੂ ਰਾਮਦਾਸ ਜੀ, ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਨਿਵਾਸ ਰੱਖਿਆ। ਉਸ ਸਮੇਂ ਮੀਂਹ ਨਾ ਪੈਣ ਕਰਕੇ ਕਈ ਵਾਰ ਇਤਨੀ ਔੜ ਲੱਗਦੀ ਸੀ ਕਿ ਜਾਨਵਰ, ਪਸ਼ੂ ਅਤੇ ਮਨੁੱਖ ਮਾਤਰ ਪਾਣੀ ਤੋਂ ਤਿਹਾਏ ਬਹੁਤ ਦੁਖੀ ਹੁੰਦੇ ਸਨ। ਇਸ ਵਾਸਤੇ ਆਮ ਜੀਵ ਜਨਤਾ ਦੀ ਭਲਾਈ ਵਾਸਤੇ ਉਸ ਸਮੇਂ ਖੂਹ, ਤਾਲ ਤਥਾ ਬੌਲੀ ਟੋਬੇ ਆਦਿਕ ਲਾਉਣੇ ਬੜਾ ਪਰਉਪਕਾਰ ਦਾ ਕੰਮ ਸਮਝਿਆ ਜਾਂਦਾ ਸੀ। ਪਿੰਡਾਂ ਦੇ ਪਾਸ ਪਰਉਪਕਾਰੀ ਲੋਕ ਪਾਣੀ ਜਮ੍ਹਾਂ ਰੱਖਣ ਦਾ ਕੋਈ ਨਾ ਕੋਈ ਅਜਿਹਾ ਵਸੀਲਾ ਬਣਾਉਂਦੇ ਸਨ ਜੋ ਔੜ ਦੇ ਸਮੇਂ ਸਭ ਦੇ ਕੰਮ ਆਉਂਦਾ ਸੀ। ਇਸ ਵਿਚਾਰ ਨੂੰ ਮੁੱਖ ਰੱਖ ਕੇ ਸ਼੍ਰੀ ਗੁਰੂ ਅਮਰਦਾਸ ਜੀ ਨੇ ਸ਼੍ਰੀ ਜੇਠਾ ਜੀ ਨੂੰ ਆਗਿਆ ਕੀਤੀ ਸੀ ਕਿ ਕਿਸੇ ਨੀਵੇਂ ਥਾਂ ਜਿੱਥੇ ਆਰਾਮ ਕਰਨ ਵਾਸਤੇ ਬ੍ਰਿਛਾਂ ਦੀ ਛਾਇਆ ਵੀ ਹੋਵੇ, ਨਗਰ ਦੀ ਨੀਂਹ ਰੱਖਣ ਦੇ ਨਾਲ ਹੀ ਇੱਕ ਤਾਲ ਵੀ ਤਿਆਰ ਕਰਨਾ। ਸੋ ਸ਼੍ਰੀ ਜੇਠਾ ਜੀ ਨੇ ਗੁਰੂ ਚੱਕ ਦੀ ਨੀਂਹ ਰੱਖਣ ਦੇ ਨਾਲ ਹੀ ਇੱਕ ਸਰੋਵਰ ਵੀ ਖੁਦਵਾਇਆ। ਇਸ ਸਰੋਵਰ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਪੂਰਾ ਕਰਕੇ ਪੱਕਾ ਕੀਤਾ ਅਤੇ ਇਸ ਦਾ ਨਾਮ ਸੰਤੋਖ ਸਰ ਰੱਖਿਆ। ਉਸ ਸਮੇਂ ਇਹਨਾਂ ਸਰੋਵਰਾਂ ਦੀ ਭਾਵੇਂ ਪਾਣੀ ਦੀ ਔਕੜ ਨੂੰ ਦੂਰ ਕਰਨ ਕਰਕੇ ਹੀ ਮਹਾਨਤਾ ਹੁੰਦੀ ਸੀ, ਪਰੰਤੂ ਪਿੱਛੋਂ ਸਿੱਖ ਜਗਤ ਵਿੱਚ ਇਹਨਾਂ ਦੀ ਮਹਾਨਤਾ ਇਸ ਕਰਕੇ ਵਿਸ਼ੇਸ਼ ਹੋ ਗਈ ਕਿ ਇਹ ਗੁਰੂ ਜੀ ਦੇ ਆਪਣੇ ਪਵਿੱਤਰ ਹੱਥਾਂ ਨਾਲ ਰਚੇ ਗਏ ਸਨ ਅਤੇ ਇਹਨਾਂ ਨੂੰ ਗੁਰੂ ਸਾਹਿਬ ਜੀ ਵੱਲੋਂ ਵਰਦਾਨ ਵੀ ਪ੍ਰਾਪਤ ਹੋਏ, ਜੈਸਾ ਕਿ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਆਦਿ। ਸ਼੍ਰੀ ਗੁਰੂ ਅਮਰਦਾਸ ਜੀ ਨੇ ਸ਼੍ਰੀ ਜੇਠਾ ਜੀ ਨੂੰ ਹਰ ਪ੍ਰਕਾਰ ਯੋਗ ਵੇਖ ਕੇ ਅਤੇ ਨਿਰਮਾਣ ਸੇਵਾ 'ਤੇ ਪ੍ਰਸੰਨ ਹੋ ਕੇ ਭਾਦਰੋਂ ਸੁਦੀ 13 ਸੰਮਤ 1631 ਨੂੰ ਗੁਰਤਾ ਗੱਦੀ ਦਾ ਤਿਲਕ ਦੇ ਕੇ ਆਪਣੇ ਥਾਂ ਗੁਰੂ ਅਸਥਾਪਨ ਕਰ ਦਿੱਤਾ। ਇਸ ਦਿਨ ਤੋਂ ਸ਼੍ਰੀ ਜੇਠਾ ਜੀ ਦਾ ਪ੍ਰਸਿੱਧ ਨਾਮ ਸ਼੍ਰੀ ਗੁਰੂ ਰਾਮਦਾਸ ਜੀ ਹੋ ਗਿਆ। ਇਸ ਉੱਚ ਪਦਵੀ ਨੂੰ ਪ੍ਰਾਪਤ ਕਰਕੇ ਆਪ ਜੀ ਨੇ ਆਪਣੀ ਪਹਿਲੀ ਯਤੀਮ ਦਸ਼ਾ ਨੂੰ ਮੁੱਖ ਰੱਖ ਕੇ ਇਹ ਸ਼ਬਦ ਉਚਾਰਨ ਕੀਤਾ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕਿਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲੀਏ ਚੁਕੇ ਸਭ ਜੋਗ ਸੰਤਾਪੇ। ਗੁਰਤਾ ਪ੍ਰਾਪਤ ਕਰਕੇ ਸ਼੍ਰੀ ਗੁਰੂ ਰਾਮਦਾਸ ਜੀ ਪਹਿਲਾਂ ਕੁਝ ਸਮਾਂ ਗੋਇੰਦਵਾਲ ਹੀ ਬਿਰਾਜ ਕੇ ਸੰਗਤਾਂ ਨੂੰ ਨਿਹਾਲ ਕਰਦੇ ਰਹੇ। ਉਪਰੰਤ ਆਪ ਜੀ ਆਪਣੇ ਆਰੰਭ ਕੀਤੇ ਹੋਏ ਨਗਰ ਗੁਰੂ ਚੱਕ ਆ ਗਏ। ਇੱਥੇ ਆਣ ਕੇ ਗੁਰੂ ਜੀ ਨੇ ਹਰ ਪ੍ਰਕਾਰ ਦੇ ਕਸਬੀ ਲੋਕਾਂ ਨੂੰ ਸਹੂਲਤਾਂ ਦੇ ਕੇ ਨਗਰ ਵਿੱਚ ਵਸਾਇਆ ਅਤੇ ਇਸ ਤਰ੍ਹਾਂ ਨਗਰ ਦੀ ਰੌਣਕ ਵਧਾਈ। ਗੁਰੂ ਚੱਕ ਦੀ ਰੌਣਕ ਵਧਾਉਣ ਦੇ ਨਾਲ ਹੀ ਗੁਰੂ ਜੀ ਨੇ ਸੰਮਤ 1634 ਵਿੱਚ ਇੱਕ ਹੋਰ ਸਰੋਵਰ ਦੀ ਨੀਂਹ ਰੱਖ ਕੇ ਉਸ ਦੀ ਪੁਟਾਈ ਕਰਾਈ।
ਇਸ ਦਾ ਨਾਮ ਗੁਰੂ ਜੀ ਦੇ ਆਪਣੇ ਨਾਮ ਨਾਲ ਹੀ ਰਾਮਦਾਸ ਸਰੋਵਰ ਪ੍ਰਸਿੱਧ ਹੋਇਆ। ਜਿਵੇਂ ਕਿ ਪਤਾ ਹੀ ਹੈ ਕਿ ਇਸ ਸ਼ਹਿਰ ਦਾ ਨਾਮ ਪਹਿਲਾਂ ਗੁਰੂ ਅਮਰਦਾਸ ਜੀ ਦੇ ਸਮੇਂ ਗੁਰੂ ਚੱਕ ਸੀ। ਫਿਰ ਜਦ ਗੁਰੂ ਰਾਮਦਾਸ ਜੀ ਨੇ ਗੁਰੂ ਗੱਦੀ ਉੱਤੇ ਬੈਠ ਕੇ ਇਸ ਵਿੱਚ ਆਪਣਾ ਨਿਵਾਸ ਕਰਕੇ ਉਨਤੀ ਕੀਤੀ ਤਾਂ ਇਸ ਦਾ ਨਾਮ ਚੱਕ ਰਾਮਦਾਸ ਤਥਾ ਰਾਮਦਾਸਪੁਰ ਪ੍ਰਚਲਿਤ ਹੋ ਗਿਆ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਨਗਰ ਦੇ ਇਸ ਨਾਮ ਦਾ ਵੀ ਆਪਣੀ ਬਾਣੀ ਵਿੱਚ ਵਰਣਨ ਕੀਤਾ ਹੈ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰਿਹਾ ਨਾਨਕ ਕਸਮ ਲਜਾਹੇ, ਨਾਈਐ ਰਾਮਦਾਸ ਸਰ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 15 ਵਾਰ ਆਏ ਹਨ। ਇਹਨਾਂ 15 ਵਿੱਚੋਂ ਇੱਕ ਵਾਕ ਭਗਤ ਨਾਮਦੇਵ ਜੀ ਦਾ ਰਾਗ ਧਨਾਸਰੀ ਪੰਨਾ 693 ਉੱਤੇ ਹੈ। ਅੰਮ੍ਰਿਤਸਰ ਦਾ ਸੰਕੇਤ ਅੰਤਰਮੁਖੀ ਭਾਵ ਫੁੱਟ ਨੋਟਾਂ ਵਿੱਚ ਦਰਸਾਇਆ ਗਿਆ ਹੈ। ਅੰਮ੍ਰਿਤ ਦਾ ਸੋਮਾ ਆਤਮਾ ਪ੍ਰਮਾਤਮਾ ਪੁਰਸ਼ ਦੇ ਆਪਣੇ ਅੰਦਰ ਹੀ ਹੈ, ਜੈਸਾ ਕਿ ਜਪਜੀ ਸਾਹਿਬ ਵਿੱਚ ਵਿਦਿਤ ਹੈ, ਅੰਤਰਗਤ ਤੀਰਥ ਮਲਨਾਓ। ਇਹ ਵਾਕ ਕਿਉਂਕਿ ਸ਼੍ਰੀ ਗੁਰੂ ਰਾਮਦਾਸ ਜੀ ਦੇ ਰਚੇ ਹੋਏ ਸਰੋਵਰ ਨਾਲ ਸੰਬੰਧਿਤ ਹਨ, ਇਸ ਕਰਕੇ ਆਪ ਜੀ ਦੇ ਜੀਵਨ ਚਰਿੱਤਰ ਵਿੱਚ ਪਾਠਕਾਂ ਦੀ ਗਿਆਤ ਵਾਸਤੇ ਦਿੱਤੇ ਗਏ ਹਨ। ਰਾਮਦਾਸ ਸਰੋਵਰ ਦੀ ਮਹਾਨਤਾ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਲਾਹੌਰ ਵਿੱਚ ਲੋਕਾਂ ਉੱਤੇ ਜ਼ੋਰ ਜ਼ੁਲਮ ਵਰਤਦਾ ਵੇਖ ਕੇ ਬਚਨ ਕੀਤਾ ਸੀ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਉਪਰੰਤ ਜਦ ਸ਼੍ਰੀ ਗੁਰੂ ਅਮਰਦਾਸ ਜੀ ਨੇ ਲਾਹੌਰ ਵਿੱਚ ਸਤਸੰਗ ਅਤੇ ਨਾਮ ਬਾਣੀ ਦੇ ਕੀਰਤਨ ਦਾ ਪ੍ਰਵਾਹ ਚੱਲਦਾ ਵੇਖਿਆ ਤਾਂ ਆਪ ਜੀ ਨੇ ਬਚਨ ਕੀਤਾ ਕਿ ਇਹ ਸ਼ਹਿਰ ਵਾਹਿਗੁਰੂ ਦੀ ਮਹਿਮਾ ਦਾ ਘਰ ਹੋਣ ਕਰਕੇ ਸ਼ਾਂਤੀ ਦਾ ਸਰੋਵਰ ਹੋ ਗਿਆ ਹੈ। ਇਹ ਹੁਣ ਜ਼ਹਿਰ ਕਹਿਰ ਦਾ ਘਰ ਨਹੀਂ ਹੈ। ਇਸ ਗੁਰਬਾਣੀ ਦੇ ਪਾਠ ਅਤੇ ਕੀਰਤਨ ਨੇ ਇਸ ਸਰੋਵਰ ਨੂੰ ਸੱਚਮੁੱਚ ਹੀ ਅੰਮ੍ਰਿਤ ਦਾ ਸਰੋਵਰ ਕਰ ਦਿੱਤਾ ਹੋਇਆ ਹੈ। ਜੋ ਕੋਈ ਮਾਈ ਭਾਈ ਪ੍ਰੇਮੀ ਸ਼ਰਧਾ ਪ੍ਰੇਮ ਨਾਲ ਇਸ ਵਿੱਚ ਮਰਿਆਦਾ ਸਹਿਤ ਅਦਬ ਨਾਲ ਇਸ਼ਨਾਨ ਕਰਦਾ ਹੈ, ਉਸ ਦੇ ਸਰੀਰ ਦੇ ਰੋਗ ਦੂਰ ਹੋ ਜਾਂਦੇ ਹਨ ਅਤੇ ਸਰੀਰ ਦੀ ਅਰੋਗਤਾ ਨਾਲ ਮਨ ਦੀ ਸ਼ਾਂਤੀ ਪ੍ਰਾਪਤ ਹੁੰਦੀ ਹੈ। ਸ਼੍ਰੀ ਗੁਰੂ ਰਾਮਦਾਸ ਜੀ ਨੇ ਬੜੇ ਪਰਉਪਕਾਰ ਕੀਤੇ ਹਨ। ਪਹਿਲਾ ਹਰਿਮੰਦਰ ਅਤੇ ਅੰਮ੍ਰਿਤ ਸਰੋਵਰ, ਦੂਜਾ ਲਾਹੌਰ ਵਿੱਚ ਧਰਮਸ਼ਾਲਾ, ਤੀਜਾ ਗੁਰਸਿੱਖੀ ਦਾ ਪ੍ਰਚਾਰ, ਚੌਥਾ ਗੁਰਬਾਣੀ ਦੀ ਰਚਨਾ। ਗੁਰੂ ਜੀ ਦਾ ਸੰਗਤ ਪ੍ਰਤੀ ਮੁੱਖ ਉਪਦੇਸ਼ ਇਹ ਹੈ ਹਉਮੈ ਦਾ ਤਿਆਗ, ਭਾਣਾ ਮੰਨਣਾ ਅਤੇ ਨਾਮ ਸਿਮਰਨ ਕਰਨਾ, 10 ਨੋਹਾਂ ਦੀ ਕਿਰਤ ਕਰਕੇ ਵੰਡ ਛਕਣੀ, ਲੋੜਵੰਦ ਗੁਰੂ ਸਿੱਖ ਦੀ ਅੰਨ ਬਸਤਰ ਨਾਲ ਯਥਾ ਸ਼ਕਤ ਸੇਵਾ ਕਰਨੀ ਅਤੇ ਧਰਮਸ਼ਾਲਾ ਬਣਾ ਕੇ ਸੰਗਤ ਦਾ ਮੇਲ ਰੱਖਣਾ। ਆਪ ਜੀ ਬਹੁਤ ਸਮਾਂ ਗੁਰੂ ਸੇਵਾ ਵਿੱਚ ਹੀ ਲੱਗੇ ਰਹਿਣ ਕਰਕੇ ਕੋਈ ਯਾਤਰਾ ਨਹੀਂ ਕਰ ਸਕੇ, ਕੇਵਲ ਲਾਹੌਰ, ਬਾਸਰ ਕੇ ਗੋਇੰਦਵਾਲ ਅਤੇ ਅੰਮ੍ਰਿਤਸਰ ਤੱਕ ਹੀ ਵਿਚਰਦੇ ਰਹੇ। ਆਪ ਛੋਟੇ ਸਪੁੱਤ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਹਰ ਤਰ੍ਹਾਂ ਯੋਗ ਜਾਣ ਕੇ ਗੁਰੂ ਰਾਮਦਾਸ ਜੀ ਨੇ ਆਪਣੀ ਥਾਂ ਗੁਰੂ ਗੱਦੀ ਉੱਤੇ ਸਥਾਪਿਤ ਕਰ ਦਿੱਤਾ ਅਤੇ ਆਪ ਗੁਰੂ ਜੀ ਭਾਦਰੋਂ ਸੁਦੀ ਤੀਜ ਸੰਮਤ 1638 ਨੂੰ ਗੋਇੰਦਵਾਲ ਸਰੀਰ ਤਿਆਗ ਕੇ ਪ੍ਰਭੂ ਜੋਤੀ ਵਿੱਚ ਲੀਨ ਹੋ ਗਏ। ਗੁਰੂ ਜੀ ਨੇ ਕੁੱਲ 46 ਵਰ੍ਹੇ 11 ਮਹੀਨੇ ਅਤੇ 7 ਦਿਨ ਉਮਰ ਭੋਗੀ, ਜਿਸ ਵਿੱਚੋਂ ਆਪ ਜੀ ਨੇ 6 ਸਾਲ 11 ਮਹੀਨੇ ਅਤੇ 19 ਦਿਨ ਗੁਰਤਾ ਕੀਤੀ। ਗੁਰੂ ਜੀ ਦੀ ਗੁਰਤਾ ਗੱਦੀ ਦੇ ਸਮੇਂ ਦਿੱਲੀ ਦੇ ਤਖਤ ਉੱਤੇ ਮੁਲਕ ਦਾ ਬਾਦਸ਼ਾਹ ਅਕਬਰ ਰਾਜ ਕਰਦਾ ਹੁੰਦਾ ਸੀ। ਸਾਰੇ ਆਖ ਲਈਏ ਧੰਨ ਗੁਰੂ ਰਾਮਦਾਸ ਜੀ, ਉਹਨਾਂ ਦੇ ਚਰਨਾਂ ਵਿੱਚ ਸਾਡੀ ਸਭ ਦੀ ਨਮਸਕਾਰ ਹੈ।